ਨਾਨਕ ਜਿੰਦ ਜਾਨ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੇ ਵਸਾਓ, ਤੋ ਪਰਮ ਗੁਰੂ ਨਾਨਕ ਗੁਣ ਗਾਓ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪਹਿਲਾਦਿਕ, ਆਤਮ ਰਸ ਜਿਨ ਜਾਣਿਓ। ਕਬ ਕਾਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਨਿਓ। ਆਮੈ ਦ੍ਰਿਸ਼ਟ ਸੁਭ ਕਰੈ, ਹਰਿ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਾਮ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਭਾਏ। ਹਰ ਰਸ ਪੀਵੈ ਸਹਿਜ ਰਹੈ, ਉੱਡੈ ਨਾ ਆਵੈ ਜਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਭਾਏ। ਹਰ ਰਸ ਪੀਵੈ ਸਹਿਜ ਰਹੈ, ਉੱਡੈ ਨ ਆਵੈ ਜਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੈ ਭਾਣੈ ਜੇ ਚਲਹਿ, ਤਾਂ ਆਨ ਦਿਨ ਰਾਚਹਿ ਹਰ ਨਾਏ। ਰਹਾਉ ਪੰਖੀ ਬਿਰਖ ਸੁਹਾਵੜੇ, ਉੱਡਹਿ ਚਹੋ ਦਿਸ ਜਾਹੇ। ਜੇਤਾ ਉੱਡਹਿ ਦੁਖ ਕਣੇ, ਨਿਤ ਦਾਜਹਿ ਤੈ ਬਿਲ ਲਾਹੇ। ਬਿਨ ਗੁਰ ਮਹਿਲ ਨਾ ਜਾਪੀ, ਨਾ ਅੰਮ੍ਰਿਤ ਫਲ ਪਾਹੇ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੈ ਸਹਿਜ ਸੁਭਾਏ।
साखा तीन नवारिया, एक शब्द लिव लाए। अमृत फल हर एक है, आपे देखवाए। मन मुख उबे सुख गए, ना फल तिना छाओ। तिना पास ना बैसिया, उना घर ना गिराओ। कटी है तैनत जाली है, ओना शब्द ना नाओ। हुक्मे कर्म कमावने, भया किरत फिराओ। हुक्मे दर्शन देखना, जह भेजे तह जाओ। हुक्मे हर हर मन वसै, हुक्मे सच समाओ। हुक्म ना जाने बपुड़े, भूले फिरे गवार। मन हठ कर्म कमावदे, नित नित होए खुआर। अंतर शांत न आवी, ना सच लगे प्यार। गुरमुखिया मोह सोहणे, गुर कै हेत प्यार। सच्ची भगति सच रते, दार सचै सचियार। आए से परवान है, सब कुल का करहे उधार। सब नजरी कर्म कमावदे, नजरी बाहर ना कोए। जैसी नजर कर देखै सच्चा, तैसा ही को होए। नानक नाम वडाइया, कर्म प्राप्त होए। नानक नाम वडाइया, कर्म प्राप्त होए। वाहिगुरु जी का खालसा, वाहिगुरु जी की फतेह। सतगुरु साहिब जी ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਦੇ ਵਿੱਚ ਸੱਜ ਬੈਠੇ, ਜੁੜ ਬੈਠੇ, ਮਿਲ ਬੈਠੇ ਗੁਰੂ ਪਿਆਰਿਓ, ਵੱਡਿਆਂ ਭਾਗਾਂ ਵਾਲੇ ਜੀਵ ਜੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠਣ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 66 ਅੰਕ ਦੇ ਉੱਤੇ ਸ੍ਰੀ ਰਾਗ ਦੇ ਵਿੱਚ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਬਖਸ਼ੇ ਹੋਏ ਇਲਾਹੀ ਫੁਰਮਾਨ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਵਿੱਚ ਬਚਨ ਫਰਮਾਏ ਨੇ, ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੈ ਭਾਣੈ ਜੇ ਚਲਹਿ, ਤਾਂ ਆਨ ਦਿਨ ਰਾਚਹਿ ਹਰ ਨਾਏ। ਇਸ ਤੋਂ ਪਹਿਲਾ ਸ਼ਬਦ ਸੀ ਮਨ ਰੇ ਗੁਰਮੁਖ ਨਾਮ ਤੇ ਆਏ, ਔਰ ਇਸ ਫਰਮਾਨ 'ਚ ਆਖਿਆ ਮਨ ਰੇ ਗੁਰਮੁਖ ਕਾਰ ਕਮਾਏ। ਸਾਡੇ ਕੋਲੇ ਜਿੱਥੇ ਬੰਦਗੀ ਦਿੱਤੀ ਏ, ਉੱਥੇ ਜੀਵਨ ਵੀ ਦਿੱਤਾ ਹੈ। ਸਿੱਖ ਦੀ ਕਾਰ ਵਿਹਾਰ ਸਤਿਗੁਰੂ ਸਾਹਿਬ ਜੀ ਨੇ ਬੜੀ ਉੱਚੀ ਬਖਸ਼ੀ ਹੈ ਵੀ ਤੇਰਾ ਕਾਰ ਵਿਹਾਰ ਜਿਹੜਾ ਉਹ ਬਹੁਤ ਉੱਚਾ ਹੋਣਾ ਚਾਹੀਦਾ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹੜੇ ਨੇ ਉਹ ਕਹਿੰਦੇ ਨੇ ਵੀ ਸਿੱਖ ਦਾ ਜੀਵਨ ਇਹੋ ਜਿਹਾ ਹੋਵੇ, ਇਹ ਕਹਿਣ ਦੀ ਲੋੜ ਨਾ ਪਏ ਵੀ ਤੂੰ ਅੰਮ੍ਰਿਤ ਛਕ ਲਾ, ਤੂੰ ਸਿੱਖ ਬਣ ਜਾ। ਸਿੱਖ ਦੀ ਜੀਵਨ ਵੱਲੇ ਵੇਖ ਕੇ ਤੇ ਆਮ ਵਿਅਕਤੀ ਜਿਹੜਾ ਹੈ ਉਹ ਸਿੱਖ ਬਣਨ ਨੂੰ ਤਿਆਰ ਹੋ ਜਾਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਤੋਂ ਛੋਟੇ ਹੁੰਦਿਆਂ ਜਾਣਾ ਤੇ ਉੱਥੇ ਇੱਕ ਬੋਰਡ ਬਣਿਆ ਹੁੰਦਾ ਸੀ, ਇੱਕ ਨਿਹੰਗ ਸਿੰਘ ਦੀ ਸ਼ਕਲ ਬਣਾਈ ਹੁੰਦੀ ਸੀ ਔਰ ਉਹਦੇ ਨਾਲ ਮੈਕਾਲਫ ਸਾਹਿਬ ਦਾ ਨਾਂ ਲਿਖਿਆ ਹੁੰਦਾ ਸੀ। ਮੈਕਾਲਫ ਸਾਹਿਬ ਦੀ ਤਸਵੀਰ ਵੀ ਬਣਾਈ ਹੁੰਦੀ ਸੀ, ਪਰ ਉੱਥੇ ਉਸ ਨਿਹੰਗ ਸਿੰਘ ਦਾ ਨਾਮ ਨਹੀਂ ਸੀ ਲਿਖਿਆ ਹੁੰਦਾ। ਤੇ ਮੈਕਾਲਫ ਸਾਹਿਬ ਜਿਹੜੇ ਉਸ ਨਿਹੰਗ ਸਿੰਘ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸੀਗੇ। ਮੈਕਾਲਫ ਸਾਹਿਬ ਭਾਰਤੀ ਧਰਤੀ ਤੇ ਆ ਕੇ DC ਲੱਗੇ ਸੀਗੇ ਅੰਗਰੇਜ਼ ਹੁਕੂਮਤ ਵੇਲੇ। ਕਸ਼ਮੀਰ ਦੇ ਇਲਾਕੇ ਤੋਂ ਅਟਕ ਦਰਿਆ ਵੱਲ ਨੂੰ ਇੱਕ ਰਸਤਾ ਨਿਕਲਦਾ, ਉਹਨੂੰ ਕਹਿੰਦੇ ਨੇ ਚੀਰਪੜਾ। ਉਹ ਪਹਾੜੀਆਂ ਵੀ ਨਹੀਂ ਹੈਗੀਆਂ, ਛੋਟੀਆਂ ਛੋਟੀਆਂ ਚਟਾਨਾਂ ਨੇ, ਜਿਵੇਂ ਕੱਟ ਕੇ ਰਸਤਾ ਬਣਾਇਆ ਹੁੰਦਾ ਇਵੇਂ ਦਾ ਰਸਤਾ ਹੈ। ਉਹਦੀ ਬਾਬਤ ਪੁਰਾਤਨ ਤਵਾਰੀਖਾਂ 'ਚ ਕਿ ਇਹ ਰਾਜਾ ਰਸਾਲੂ ਦੇ ਜੰਗ ਵੇਲੇ ਦਾ ਕੋਈ ਬਣਾਇਆ ਹੋਇਆ ਰਸਤਾ ਹੈ। ਉਸ ਰਸਤੇ ਦੇ ਵਿੱਚ ਉਹ ਨਿਹੰਗ ਸਿੰਘ ਜਿਹੜਾ ਸੀ ਨਾ ਉਹ ਲੰਘ ਰਿਹਾ ਸੀ। ਇਹ ਨਿਹੰਗ ਸਿੰਘ ਦਾ ਪਿੰਡ ਪੜਿਆਲ, ਤਹਿਸੀਲ ਫਤਿਹਜੰਗ ਸੀ। ਇਹਦਾ ਨਾਮ ਸਾਧੂ ਸਿੰਘ ਸੀ। ਇਹ ਪੜ੍ਹਿਆ ਵੀ ਸੀ, ਪਹਿਲਾਂ ਫੌਜ ਦੇ ਵਿੱਚ ਵੀ ਸੀ, ਫਿਰ ਫੌਜ 'ਚੋਂ ਛੁੱਟੀ ਆਏ ਨੂੰ ਕਿਸੇ ਰੱਬ ਦੇ ਪਿਆਰੇ ਦੀ, ਗੁਰੂ ਕੇ ਸਿੱਖ ਦੀ ਸੰਗਤ ਹੋਈ ਸੀ ਤੇ ਇਹਨੇ ਨੌਕਰੀ ਤਿਆਗ ਦਿੱਤੀ ਸੀ। ਸੋਹਣੀ ਆਮਦਨ ਸੀ। ਇਹਦਾ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਇਹ ਟਾਈਪਿਸਟ ਵੀ ਸੀ ਫੌਜ ਦੇ ਵਿੱਚ, ਔਰ ਇਹਨੇ ਆਪਣਾ ਵਪਾਰ ਕਰਨਾ ਸ਼ੁਰੂ ਕਰਤਾ। ਨਾਲ ਨਾਲ ਇਹ ਬੜਾ ਆਪਣਾ ਜੀਵਨ ਕਮਾਉਂਦਾ ਸੀ। ਇਸ ਨਿਹੰਗ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੈਕਾਲਫ ਸਾਹਿਬ ਨੇ ਸਿੱਖ ਧਰਮ ਦੀ ਖੋਜ ਕੀਤੀ ਸੀ। ਇਹ ਜਦੋਂ ਉਸ ਚੀਰ ਪੜਾਅ ਚੋਂ ਲੰਘ ਰਿਹਾ ਸੀ ਤੇ ਇੱਕ ਬੱਚੀ ਮੁਸਲਮਾਨਾਂ ਦੀ ਉਹ ਇਹਦੇ ਵੱਲ ਨੂੰ ਭੱਜੀ ਆਈ। ਇਹ ਆਪਣੀਆਂ ਖੱਚਰਾਂ ਦੇ ਉੱਤੇ ਕੋਈ ਸਮਾਨ ਲੱਦਿਆ ਹੋਇਆ ਸੀ। ਉਹਨੇ ਉਸ ਪੁੱਠੋਹਾਰ ਦੀ ਬੋਲੀ 'ਚ ਆਖਿਆ, ਲਾਲਾ ਤੈਨੂੰ ਬਾਬੇ ਨਾਨਕ ਦਾ ਵਾਸਤਾ ਹੀ, ਮਿੱਗੀ ਇਹਾਂ ਛੋੜ ਕੇ ਨਾ ਗੱਛੀ। ਉਹਦੇ ਪਿੱਛੇ ਦੋ ਮੁਸਲਮਾਨ ਹੋਰ ਲੱਗੇ ਹੋਏ ਸੀ। ਉਹਨਾਂ ਆਉਂਦਿਆਂ ਉਸ ਬੱਚੀ ਨੂੰ ਹੱਥ ਪਾੜਿਆ, ਲੇਕਿਨ ਉਸ ਬੱਚੀ ਨੇ ਫੇਰ ਉਸ ਨਿਹੰਗ ਸਿੰਘ ਕੇ ਵਾਸਤਾ ਪਾਇਆ। ਉਹ ਨਿਹੰਗ ਸਿੰਘ ਨੇ ਆਪਣਾ ਸਰੋਤਰ ਕੱਢਿਆ ਆਪਣੀ ਖੱਚਰ ਦੇ ਵਿੱਚੋਂ, ਜਿੰਨੇ ਨੂੰ ਬੱਚੀ ਨੂੰ ਫੜਿਆ ਸੀ ਉਹਦੀ ਬਾਂਹ ਦੇ ਛੱਡਿਆ, ਉਹਦੀ ਬਾਂਹ ਟੁੱਟ ਗਈ। ਉਹ ਤਾਂ ਉੱਥੇ ਹੀ ਵਿਲਕਣ ਲੱਗ ਪਿਆ ਤੇ ਦੂਜਾ ਭੱਜ ਗਿਆ। ਉਸ ਬੱਚੀ ਨੂੰ ਉਹਨੇ ਆਪਣੀ ਖੱਚਰ ਤੇ ਬਿਠਾ ਲਿਆ ਤੇ ਉਹਨੂੰ ਪੁੱਛ ਲਿਆ ਵੀ ਤੇਰਾ ਪਿੰਡ ਜਿਹੜਾ ਨਾ ਉਹ ਦੱਸ ਕਿਹੜਾ ਹੈ। ਉਹਨੇ ਕਿਹਾ ਮੇਰਾ ਪਿੰਡ ਇੱਥੇ ਰਣਿਆਲ ਏ, ਇਹ ਮੈਨੂੰ ਉਥੋਂ ਰਣਿਆਲ ਤੋਂ ਚੱਕ ਕੇ ਲੈ ਕੇ ਆਏ ਆ। ਇਸ ਚੀਰ ਪੜਾਅ 'ਚ ਇਹਨਾਂ ਰਾਤ ਰੱਖਿਆ। ਇਹ ਥੱਕ ਕੇ ਮੈਂ ਭੱਜੀ ਆ, ਪੱਥਰ ਡਿੱਗ ਪਿਆ, ਮੇਰੇ ਪਿੱਛੇ ਲੱਗੇ ਆ। ਉਹ ਬੱਚੀ ਖੱਜਰ ਤੇ ਬੈਠੀ ਘਬਰਾ ਰਹੀ ਸੀ, ਲੇਕਿਨ ਉਹ ਨਿਹੰਗ ਸਾਧੂ ਸਿੰਘ ਕਹਿ ਰਿਹਾ ਸੀ ਘਬਰਾ ਨਾ, ਜਿੰਨੇ ਚਿਰ ਮੈਂ ਜਿਉਣਾ ਉਹਨੂੰ ਚਿਰ ਤੇਰੇ ਕੋਲ ਹੱਥ ਨਹੀਂ ਲਾ ਸਕਦਾ। ਉਹਦੇ ਨੂੰ ਪਿੰਡ ਛੱਡਿਆ। ਜਦੋਂ ਪਿੰਡ ਦੇ ਲੋਕ ਵੇਖ ਰਹੇ ਸੀ ਤੇ ਪਿੰਡ ਦੇ ਲੋਕਾਂ ਨੇ ਬਹੁਤ ਰੋਕਿਆ, ਲੇਕਿਨ ਉਹ ਛੱਡ ਕੇ ਬੱਚੀ ਨੂੰ ਉਹਦੇ ਘਰ ਚਲਾ ਗਿਆ। ਪੰਜਾ ਸਾਹਿਬ ਦੀ ਧਰਤੀ, ਜਿੱਥੇ ਪੰਜਾ ਸਾਹਿਬ ਦੀ ਧਰਤੀ ਹੈ, ਉੱਥੇ ਇੱਕ ਪੀਰ ਚਿਰਾਗ ਸ਼ਾਹ ਚੰਦ ਦੀ ਜਗ੍ਹਾ ਵੀ। ਬਹੁਤਾਤ ਲੋਕ ਉਸ ਬੱਚੀ ਨੇ ਦੱਸਿਆ ਕਿ ਜਦੋਂ ਮੈਨੂੰ ਇਹ ਪਕੜ ਕੇ ਲੈ ਗਏ ਸੀ, ਮੈਂ ਸਾਰੀ ਰਾਤ ਕਦੀ ਤੇ ਪੀਰ ਚਿਰਾਗ ਸ਼ਾਹ ਚੰਦ ਦੀ ਸ਼ੀਰਨੀ ਸੁੱਕਦੀ ਸੀ, ਕਦੀ ਮੈਂ ਇਹ ਕਹਿੰਦੀ ਸੀ ਕਿ ਉੱਥੇ ਬਾਬਾ ਨਾਨਕ ਪੰਜੇ ਵਾਲਾ ਹੈ ਵੇ, ਕਿ ਪੰਜੇ ਵਾਲਿਆ ਬੌੜੀ ਮੈਨੂੰ ਛਡਾਈ ਕਿਤੇ। ਉਹ ਕਹਿੰਦੀ ਮੈਨੂੰ ਇਉਂ ਲੱਗਾ ਕਿ ਪੰਜੇ ਵਾਲੇ ਨੇ ਮੇਰੀ ਅਰਦਾਸ ਸੁਣ ਲਈ ਹੈ।
ਤੇ ਉਹ ਪੰਜੇ ਵਾਲੇ ਨੇ ਇਸ ਨਿਹੰਗ ਸਿੰਘ ਨੂੰ ਭੇਜ ਦਿੱਤਾ ਹੈ। ਪਿੰਡ ਦੇ ਲੋਕਾਂ ਰੋਕਿਆ, ਪਰ ਉਹ ਨਿਹੰਗ ਸਿੰਘ ਬਰਿਕਤ ਸੀਗਾ, ਆਪਣੀ ਮੌਜ ਵਿੱਚ ਉਹ ਚਲਾ ਗਿਆ। ਪੁਲਿਸ ਨੂੰ ਖਬਰ ਹੋਈ, ਉਸ ਬੱਚੀ ਦੇ ਬਿਆਨਾਂ ਤੇ ਉਹ ਜਾ ਕੇ ਵੇਖਿਆ, ਉਹ ਜ਼ਖਮੀ ਹੋਇਆ, ਬਾਂਹ ਭੰਨੀਆਂ ਨਾਲ ਫੜਿਆ ਗਿਆ। ਨਿਹੰਗ ਸਿੰਘ ਬਾਰੇ ਪੁੱਛਿਆ, ਉਹਨੇ ਦੱਸਿਆ ਵੀ ਉਹਨੇ ਮੇਰੀ ਬਾਂਹ ਭੰਨੀ ਏ। ਉਹਨੂੰ ਉਹ ਨਿਹੰਗ ਸਿੰਘ ਬਾਰੇ ਦੱਸਣ ਤੇ ਇਸ ਬੱਚੀ ਦੇ ਬਿਆਨਾਂ ਤੇ ਉਹਨਾਂ ਨੂੰ ਸਜ਼ਾ ਹੋ ਗਈ ਸੀ। ਲੇਕਿਨ ਡੀਸੀ ਮਕਾਲਬ ਸਾਹਿਬ ਨੇ ਕਿਹਾ ਕਿ ਉਸ ਨਿਹੰਗ ਸਿੰਘ ਨੂੰ ਲਿਆਓ ਜਿਹੜਾ ਉਹ ਬੰਦਾ ਸੀ, ਉਹਨੂੰ ਇਨਾਮ ਦੇਣਾ, ਉਹਦੇ ਵਾਸਤੇ 100 ਰੁਪਇਆ ਇਨਾਮ ਰੱਖਿਆ ਗਿਆ। ਲੇਕਿਨ ਉਹ ਨਿਹੰਗ ਸਿੰਘ ਮਿਲ ਨਹੀਂ ਰਿਹਾ ਸੀਗਾ। ਪਿੰਡ ਦੇ ਲੋਕਾਂ ਨੂੰ ਸੀ ਉਹ ਨਿਹੰਗ ਸਿੰਘ ਮਿਲ ਜਾਵੇ। ਕੋਈ ਸਮੇਂ ਦੇ ਬਾਅਦ ਉਹ ਬੱਚੀ ਦੇ ਸਹੁਰੇ ਪਿੰਡ ਨਿਹੰਗ ਸਿੰਘ ਕੁਛ ਆਪਣਾ ਸਮਾਨ ਵੇਚਣ ਵਾਸਤੇ ਗਿਆ। ਜਦੋਂ ਉਹ ਕੁਦਰਤੀ ਉਸ ਬੱਚੀ ਦੇ ਪਿੰਡ 'ਚ ਪਹੁੰਚਿਆ ਤੇ ਉਹਨੇ ਸਾਰੇ ਪਰਿਵਾਰ ਦੇ ਸਾਹਮਣੇ ਵੇਖਿਆ, ਉਹ ਭੱਜ ਕੇ ਉਹਨੂੰ ਲਾਲਾ ਕਹਿ ਕੇ, ਪੋਠੋਹਾਰ ਦੀ ਬੋਲੀ ਲਾਲਾ ਭਰਾ ਨੂੰ ਕਹਿੰਦੇ ਆ, ਲਾਲਾ ਕਹਿ ਕੇ ਉਹਨੂੰ ਜੱਫੇ ਜਾ ਕੇ ਮਿਲੀ। ਜੋ ਪੁੱਛਿਆ, ਕਹਿਣ ਲੱਗੀ ਇਹੀ ਹੈ ਜਿਹਨੇ ਮੈਨੂੰ ਬਚਾਇਆ ਸੀ। ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਖਬਰ ਕੀਤੀ ਵੀ ਜਿਹਦਾ 100 ਰੁਪਇਆ ਇਨਾਮ ਰੱਖਿਆ ਸੀ ਉਹ ਨਿਹੰਗ ਸਿੰਘ ਮਿਲ ਗਿਆ। ਡੀਸੀ ਸਾਹਿਬ ਨੇ ਪੁਲਿਸ ਭੇਜੀ, ਇਲਾਕੇ ਦੇ ਜੈਲਦਾਰ ਨੰਬਰਦਾਰ ਸੱਦੇ, ਉਹਨਾਂ ਕੋਲੇ ਗਏ, ਉਹਨੂੰ 100 ਰੁਪਇਆ ਇਨਾਮ ਦਿੱਤਾ ਗਿਆ। ਨਿਹੰਗ ਸਿੰਘ ਨੇ 100 ਰੁਪਇਆ ਇਨਾਮ ਲੈ ਕੇ, ਉਹ 100 ਰੁਪਏ ਉਸ ਵੇਲੇ ਉਹਨਾਂ ਦਿਨਾਂ 'ਚ ਬੜੀ ਕੀਮਤ ਹੋਏਗੀ, ਉਹ 100 ਰੁਪਇਆ ਇਨਾਮ ਲੈ ਕੇ ਆਪਣੇ ਮੱਥੇ ਨੂੰ ਲਾ ਕੇ ਤੇ ਉਸ ਬੱਚੀ ਦੀ ਝੋਲੀ 'ਚ ਪਾਤਾ। ਉਹ ਕਹਿਣ ਲੱਗੇ ਕਿਉਂ? ਕਹਿੰਦਾ ਇਹਨੇ ਮੈਨੂੰ ਲਾਲਾ ਆਖਿਆ, ਭਰਾ ਆਖਿਆ, ਤੇ ਕਦੀ ਭਰਾ ਭੈਣਾਂ ਦੇ ਇਨਾਮ ਨਹੀਂ ਲਿਆ ਕਰਦੇ, ਇਸ ਬੱਚੀ ਦਾ ਹੀ ਹੈ। ਮਕਾਲਬ ਸਾਹਿਬ ਡੀਸੀ ਇੰਨੇ ਪ੍ਰਭਾਵਿਤ ਹੋਏ ਉਹਦੀ ਕਾਰ ਤੋਂ, ਉਹ ਆਪਣੇ ਕਲਰਕ ਨੂੰ ਕਹਿਣ ਲੱਗੇ ਦਾ ਰਾਤ ਰਹਿਣ ਦਾ ਇੰਤਜ਼ਾਮ ਕਰੋ, ਪ੍ਰਸ਼ਾਦਾ ਪਾਣੀ ਛਕਾਓ, ਸਵੇਰੇ ਮੁਲਾਕਾਤ ਇਹਦੀ ਮੇਰੇ ਨਾਲ ਹੋਵੇਗੀ। ਜਦੋਂ ਸਵੇਰ ਨੂੰ ਮੁਲਾਕਾਤ ਹੋਈ, ਡੀਸੀ ਸਾਹਿਬ ਦਾ ਕਲਰਕ ਸੀ, ਉਹ ਨਿਹੰਗ ਸਿੰਘ ਕੋਲੇ ਲੋਹੇ ਦਾ ਗੜਵਾ ਸੀ, ਉਹਦੇ ਕੋਲ ਲੋਹੇ ਦਾ ਬਾਟਾ ਸੀ, ਇੱਕ ਰੱਸੀ ਸੀ। ਉਹਨਾਂ ਨੂੰ ਸ਼ਾਇਦ ਇਹ ਸੀ ਵੀ ਇਹ ਜਿਹੜਾ ਨਿਹੰਗ ਸਿੰਘ ਹੈ ਇਹ ਇੰਗਲਿਸ਼ ਨਹੀਂ ਜਾਣਦਾ। ਮਕਾਲਬ ਸਾਹਿਬ ਨੇ ਆਪਣੇ ਕਲਰਕ ਨੂੰ ਪੁੱਛਿਆ ਸੀ ਵੀ ਇਹਨੇ ਇਹ ਲੋਹੇ ਦਾ ਗੜਵਾ, ਇਹ ਰੱਸੀ, ਇਹ ਬਾਟਾ ਕਿਉਂ ਨਾ ਰੱਖਿਆ ਹੋਇਆ? ਕਲਰਕ ਜਿਹੜਾ ਗੁਰੂ ਕੇ ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਨਹੀਂ, ਉਹਨੂੰ ਜਾਣੂ ਨਹੀਂ ਸੀਗਾ। ਉਹ ਕਹਿਣ ਲੱਗਾ ਇੰਗਲਿਸ਼ ਦੇ ਵਿੱਚ ਹੀ, ਇਹ ਲੋਕ ਵਹਿਮੀ ਹੁੰਦੇ ਆ, ਇਹਨਾਂ ਦੇ ਵਹਿਮ ਦੇ ਭਰੇ, ਕਿਸੇ ਕੋਲ ਖਾਂਦੇ ਕਿਸੇ ਕੋਲ ਨਹੀਂ ਖਾਂਦੇ, ਇਹਨਾਂ ਦੀ ਆਪਣੀ ਮਰਜ਼ੀ ਏ। ਮਕਾਲਬ ਸਾਹਿਬ ਕਹਿਣ ਲੱਗੇ ਯਾਰ ਮੈਂ ਤੇ ਇਹਨੂੰ ਬਹੁਤ ਚੰਗਾ ਸਮਝਦਾ ਸੀ। ਜਦੋਂ ਨਿਹੰਗ ਸਿੰਘ ਨੇ ਸੁਣਿਆ, ਉਹਨੇ ਇੰਗਲਿਸ਼ ਦੇ ਵਿੱਚ ਉਹਨੂੰ ਜਵਾਬ ਦਿੱਤਾ ਵੀ ਮੇਰਾ ਇਹ ਗੜਵਾ ਕਾਹਦੇ ਵਾਸਤੇ ਆ, ਮੇਰਾ ਇਹ ਬਾਟਾ ਕਾਹਦੇ ਵਾਸਤੇ ਆ, ਰੱਸੀ ਕਾਹਦੇ ਵਾਸਤੇ ਆ। ਮਕਾਲਬ ਸਾਹਿਬ ਬਹੁਤ ਪ੍ਰਭਾਵਿਤ ਹੋਏ ਤੇ ਮਕਾਲਬ ਸਾਹਿਬ ਉਸ ਨਿਹੰਗ ਸਿੰਘ ਦੇ ਜੀਵਨ ਕਰਕੇ ਸਿੱਖ ਧਰਮ ਦਾ ਇਤਿਹਾਸ ਲਿਖਿਆ। ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਸਿੱਖਾਂ ਨੂੰ ਮਿਲਣਾ ਕੀਤਾ। ਇੱਕ ਸਿੱਖ ਦੇ ਜੀਵਨ ਨੇ ਮਕਾਲਬ ਸਾਹਿਬ ਨੂੰ ਸਿੱਖ ਧਰਮ ਦੀ ਖੋਜ ਕਰਨ ਲਾ ਦਿੱਤਾ। ਪੁਰਾਤਨ ਇਤਿਹਾਸ ਜਦੋਂ ਪੜਾਂਗੇ ਨਾ, ਉੱਥੇ ਸਾਨੂੰ ਕਥਨੀ ਤੇ ਕਰਨੀ ਮਿਲੇਗੀ। ਅੱਜ ਦਾ ਜਿਹੜੇ ਆ ਨਾ, ਉਹ ਕਹਿਣਗੇ ਵੀ ਨਹੀਂ ਜੀ ਜਿਹੜਾ ਪ੍ਰਚਾਰਕ ਹੈ ਉਹ ਪ੍ਰਚਾਰ ਹੀ ਕਰੇਗਾ, ਉਹ ਕਰਨੀ ਨਹੀਂ ਕਰੇਗਾ। ਉਹ ਸੱਚਾਈ ਹੈ ਵੀ ਜਿਹੜੇ ਪ੍ਰਚਾਰਕ ਨੇ ਜੇਲ੍ਹ ਨਹੀਂ ਵੇਖੀ, ਉਹ ਪ੍ਰਚਾਰਕ ਹੀ ਨਹੀਂ ਹੈਗਾ, ਸਹੀ ਬਣੇਗਾ। ਚਾਰ ਬੰਦ ਨੇ ਸਾਡੇ ਪੁਰਾਤਨ ਇਤਿਹਾਸ ਦੇ। ਲੈ ਕੇ ਦੁਤਾਰਾ ਸੰਗਤ ਮੇ ਗਾਵੇ ਵਾਰ ਆਸਾ, ਪਕੜ ਦੋ ਧਾਰਾ ਵਾਹੇ ਸਦਰ ਸਿਰ ਆਰਾ ਹੈ। ਸਿੱਖ ਹੋਵੇ, ਇਹ ਸਾਜ਼ ਬਾਅਦ ਚ ਪੰਥ ਨੇ ਪ੍ਰਵਾਨ ਕੀਤੇ ਆ। ਪਹਿਲਾਂ ਸਿੱਖਾਂ ਕੋਲੇ 2 ਤਾਰੇ 5 ਤਾਰੇ ਸਾਜ਼ ਸੀਗੇ। ਇਹ ਉਸ ਵੇਲੇ ਦੀ ਲਿਖਤ ਕਿ ਸਿੱਖ 2 ਧਾਰਾ ਭਾਵ ਕੀਰਤਨ ਕਰਨ ਵਾਲਾ ਹੋਵੇ, ਬੰਦਗੀ ਕਰਨ ਵਾਲਾ ਹੋਵੇ, ਰੱਬ ਦੀ ਇਲਾਹੀ ਬੰਦਗੀ ਨਾਲ ਜੁੜਨ ਵਾਲਾ ਹੋਵੇ। ਲੈ ਕੇ 2 ਤਾਰਾ ਗਾਵੇ ਸੰਗਤ ਮੇ ਵਾਰ ਆਸਾ, ਪਕੜ 2 ਧਾਰਾ ਵਾਹੇ ਸਦਰ ਸਿਰ ਆਰਾ ਹੈ। ਤੇ ਸਾਡੀ ਫਿਲਾਸਫੀ ਹੈ ਦੇਖ ਤੇ ਤੇਗ ਦੀ। ਜਿੱਥੇ ਬੰਦਗੀ ਕਰਨ ਵਾਲਾ ਹੋਵੇ ਤੇ ਜੇ ਕੋਈ ਦੁਸ਼ਮਣ ਬਣ ਕੇ ਚੜ ਕੇ ਆਵੇ ਤੇ 2 ਧਾਰਾ ਖੰਡਾ ਉਹਦੇ ਸਿਰ ਤੇ ਲਾਉਣ ਵਾਲਾ ਹੋਵੇ। ਕੜਛਾ ਲੈ ਹਾਥ ਵਰਤਾਵਤ ਅਟੁੱਟ ਡੇਗ।
ਹੁਣ ਸਿੱਖ ਸੇਵਾ ਵਾਲਾ ਵੀ ਹੋਵੇ, ਉਹਦੇ ਹੱਥ 'ਚ ਕੜਛਾ ਫੜਿਆ ਹੋਵੇ ਤੇ ਭੁੱਖਿਆਂ ਨੂੰ ਲੰਗਰ ਛਕਾਉਣ ਵਾਲਾ ਹੋਵੇ। ਕੜਛਾ ਲੈ ਹਾਥ ਵਰਤਾਵਤ ਅਤੁੱਟ ਡੇਗ, ਕਠਣ ਕੋ ਡੰਡ ਦੇਵੇ ਵੇਨਵਾਦ ਪਾਰਾ ਹੈ। ਜੇ ਕੋਈ ਬੜਾ ਕਰੜਾ ਹੋ ਕੇ ਆਵੇ ਵੀ ਮੈਂ ਇੰਨਾ ਕਰੜਾ ਸੁਭਾਅ ਦਾ, ਮੈਂ ਇੰਝ ਕਰਾਂਗਾ, ਤੇ ਉਹਨੂੰ ਸਜ਼ਾ ਇਹੋ ਜਿਹੀ ਦੇਵੇ ਜਿਵੇਂ ਪਾਰਾ ਸਰੀਰ ਨੂੰ ਦਿੰਦਾ ਹੈ। ਭਗਤ ਗਿਆਨ ਵਿਰਾਗ ਕੀ ਸਰਾਵੇ ਕਥਾ, ਉਹ ਬੰਦਗੀ ਵਾਲੀ, ਉਹ ਵਿਰਾਗ ਵਾਲੀ, ਉਹ ਗਿਆਨ ਵਾਲੀ ਕਥਾ ਸੁਣਾਵੇ। ਚੜ ਕੇ ਤੁਰੰਗ ਜੰਗ ਦੇਵੇ ਲਲਕਾਰਾ ਹੈ। ਪਰ ਕੇਵਲ ਇਹ ਨਹੀਂ ਕਿ ਭਗਤੀ ਦੀ ਕਥਾ ਸੁਣਾਵੇ, ਵਿਰਾਗ ਦੀ ਕਥਾ ਸੁਣਾਵੇ, ਗਿਆਨ ਦੀਆਂ ਗੱਲਾਂ ਕਰੀ ਜਾਵੇ। ਜਦੋਂ ਉਹਨੂੰ ਦਿਸੇ ਵੀ ਮੈਦਾਨੇ ਜੰਗ ਵਿੱਚ ਲੋੜ ਪੈ ਗਈ ਏ, ਤੇ ਫਿਰ ਉਹ ਘੋੜੇ ਤੇ ਚੜ ਕੇ ਜੰਗ ਦੇ ਵਿੱਚ, ਜਿਵੇਂ ਸ਼ਾਮ ਸਿੰਘ ਅਟਾਰੀ ਨੇ ਲਲਕਾਰਾ ਤਾਂ ਸੀ, ਇਉਂ ਲਲਕਾਰਾ ਦੇਣ ਵਾਲਾ ਹੋਵੇ। ਤਤ ਗਿਆਨੀ ਦਾਨੀ ਜੋਧਾ ਗਿਰਹੀ ਤਿਆਗੀ, ਗੁਰ ਚੇਲਾ। ਜਿੱਥੇ ਤਤ ਦਾ ਗਿਆਨ ਰੱਖਦਾ ਹੋਵੇ, ਗਿਆਨਵਾਨ ਹੋਵੇ, ਜੋਧਾ ਹੋਵੇ, ਘਰ ਤੇ ਰਹਿਣ ਵਾਲਾ ਗ੍ਰਿਸ਼ਤੀ ਹੋਵੇ, ਪਰ ਤਿਆਗੀ ਹੋਵੇ, ਗੁਰ ਚੇਲਾ, ਗੁਰੂ ਕਾ ਸਿੱਖ ਵੀ ਹੋਵੇ। ਧੰਨ ਧੰਨ ਜਨਕ ਹਮਾਰਾ ਹੈ, ਉਹ ਸਾਡਾ ਸਿੱਖ, ਉਹ ਕਾਰ ਕਮਾਉਣ ਵਾਲਾ ਹੈ। ਸਾਹਿਬ ਜੀ ਕਹਿੰਦੇ ਜਿੱਥੇ ਤੂੰ ਮਨ ਰੇ ਗੁਰਮੁਖ ਨਾਮ ਧਿਆਇਆ, ਉਥੇ ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੇ ਭਾਣੇ ਜੇ ਚਲੇ ਤਾਂ ਆਨੰਦ ਰਾਜੇ ਹਰ ਨਾਏ। ਬਹੁਤ ਤਕੜੀ ਸਾਡੀ ਅਨੰਦਪੁਰ ਸਾਹਿਬ ਦੀ ਵਾਰਤਾ ਮੈਂ ਸੰਖੇਪ ਚ ਕਹਿ ਦੇਣਾ ਵੀ ਜਦੋਂ ਕਲਗੀਧਰ ਪਾਤਸ਼ਾਹ ਨੇ ਪਿਆਰਾ ਦਿਆਲ ਸਿੰਘ ਨੂੰ ਪੁੱਛਿਆ ਸੀਗਾ ਵੀ ਪਿਆਰੇ ਦਿਆਲ ਸਿੰਘ ਜੀ, ਤੁਸੀਂ ਇੱਕ ਦਿਨ ਲੰਗਰ ਦੀ ਸ਼ਿਕਾਇਤ ਕੀਤੀ ਸੀ, ਮੁੜ ਕੇ ਦੱਸਿਆ ਨਹੀਂ ਕੁਛ। ਕਹਿੰਦੇ ਕਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ, ਤੁਸੀਂ ਇੰਨੀ ਕਿਰਪਾ ਕੀਤੀ ਏ, ਹੁਣ ਤੇ ਮੈਦਾਨੇ ਜੰਗ ਚ ਲੜਦਿਆਂ ਧੰਨ ਜੀਓ ਤੇ ਕੋ ਜਗ ਮੇ ਮੁਖ ਤੇ ਹਰ ਜਿੱਤ ਮੈਂ ਜੁੱਧ ਵਿਚਾਰੇ। ਮਾਲਕਾ ਹੁਣ ਤੇ ਜੰਗ ਲੜਦਿਆਂ ਹੋਇਆਂ ਵੀ ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ। ਸਿੱਖ ਦੀ ਕਾਰ ਇਹੋ ਜੀ ਹੋਵੇ। ਸਾਹਿਬ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ, ਸਿੱਖਾ ਤੇਰੀ ਕਾਰ ਕਰਦਾ ਹੋਵੇਂ, ਲੇਕਿਨ ਕਾਰ ਕਰਦਿਆਂ ਕਰਦਿਆਂ ਵੀ ਤੂੰ ਉਸ ਨਾਮ ਦੇ ਵਿੱਚ ਰਤਿਆ ਹੋਵੇਂ। ਜੇ ਤੂੰ ਨਾਮ 'ਚ ਰਤਿਆ ਹੋਏਗਾ, ਪੰਖੀ ਬਿਰਖ ਸੁਹਾਵੜਾ। ਹੁਣ ਪੰਖੀ ਉੱਡਦਾ ਹੈ ਤੇ ਬਿਰਖ ਨਹੀਂ ਉੱਡਦਾ, ਮਨ ਉੱਡਦਾ ਹੈ, ਸਰੀਰ ਨਹੀਂ ਉੱਡਦਾ। ਭੱਜਾ ਮਨ ਫਿਰਦਾ, ਇੱਥੇ ਬੈਠਾ ਪਤਾ ਨਹੀਂ ਕਿੱਥੇ ਜਾਂਦਾ ਹੈ। ਕਹਿੰਦੇ ਕਿ ਸਜਣਾ ਇਹ ਮਾਨਸ ਜਨਮ ਬੜਾ ਸੁਹਾਵੜਾ ਹੈ ਤੇ ਇਹਦੇ ਵਿੱਚ ਮਨ ਪੰਛੀ ਏ। ਪਰ ਸਜਣਾ ਜੇ ਗੁਰ ਕੀ ਕਾਰ ਕਮਾਏਗਾ ਤੇ ਸੱਚ ਚੁਗੇ ਗੁਰ ਭਾਏ। ਸੱਚ ਦੇ ਦੋ ਵਿਚਾਰ ਤੇ ਲਾਜ਼ਮੀ ਕਰਨੇ ਪੈਣਗੇ। ਇੱਕ ਤੇ ਸੱਚ ਨਾਮ ਪਰਮੇਸ਼ਰ ਦਾ, ਸੱਚ ਨਾਮ ਦਾ ਹੈ। ਇੱਕ ਤੂੰ ਸੱਚ ਕਹਿਣ ਵਾਲਾ ਹੋਵੇਂ। ਮਾਫ ਕਰਿਓ ਜੀ, ਬਹੁਤਾਤ ਵਿੱਚ ਦੂਜੇ ਦੀ ਗੱਲ ਕਹਿਣੀ ਹੋਵੇ ਨਾ ਤੇ ਸੱਚ ਕਹਿ ਦਿੰਦੇ ਮੈਂ ਸੱਚ ਕਹਾਂਗਾ। ਪਰ ਜੇ ਕਿਤੇ ਆਪਣੇ ਘਰ ਤੇ ਆ ਜਾਵੇ, ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ 'ਚ ਇੱਕ ਪੰਕਤੀ ਲਿਖੀ ਹੈ, ਸੰਖੇਪ ਨੇੜੇ ਰੱਖੂੰਗਾ। ਆਵਨ ਠੱਤਰੇ ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ। 97 'ਚ ਸ਼ੇਰਸ਼ਾਹ ਸੂਰੀ ਆਇਆ, ਦਿੱਲੀ ਤੱਕ ਤੇ ਦੋ ਹੀ ਨਿਆਂਕਾਰੀ ਆਏ ਆ। ਬਹੁਤ ਧਿਆਨ ਦਿਓ ਜੇ ਕਿ ਅਸੀਂ ਸੱਚ ਕਹਿਣ ਤੋਂ ਕਿਸ ਝਿਜਕਦੇ ਆ। ਇੱਕ ਸ਼ੇਰਸ਼ਾਹ ਸੂਰੀ ਤੇ ਇੱਕ ਉਮਰ ਖਿਤਾਬ। ਉਮਰ ਖਿਤਾਬ ਦੀ ਬਾਬਤ ਲਿਖਿਆ ਗਿਆ, ਉਮਰ ਖਿਤਾਬ ਅਦਾਲਤੀ ਬੇਟਾ ਮਰਵਾਇਆ। ਉਮਰ ਖਿਤਾਬ ਨੂੰ ਜਦੋਂ ਇਨਸਾਫ ਕਰਨਾ ਪਿਆ ਤੇ ਉਹਨੇ ਇਨਸਾਫ ਕਰਿਆ, ਆਪਣਾ ਬੇਟਾ ਆਪ ਮਰਵਾਇਆ। ਤੇ ਕਿਸੇ ਵੇਲੇ ਹੁਣ ਸਾਡੇ ਤੇ ਗੱਲ ਆ ਜਾਏ ਨਾ ਆਪਣੇ ਬੇਟੇ ਤੇ ਅਸੀਂ ਉਦੋਂ 50 ਗੱਲਾਂ ਵੀ ਇੰਜ ਨਹੀਂ ਇੰਜ ਹੋ ਜਾਏਗਾ। ਉਹ ਕਾਜੀ ਵਾਲੀ ਗੱਲ ਹੁੰਦੀ ਵੀ ਹੁਣ ਹਲ ਲੰਮੀ ਪਾ ਕੇ ਮੰਡਾ ਪਾ ਦਿਓ। ਉਹਨੇ ਇਹ ਕਿਹਾ ਸੀ ਕਿ ਮੇਰੇ ਰਾਜ 'ਚ ਕੋਈ ਸ਼ਰਾਬ ਨਹੀਂ ਪੀਏਗਾ, ਜੇ ਪੀਏਗਾ ਤਾਂ 100 ਕਰੋੜਾ ਵੱਜੇਗਾ। ਉਮਰ ਖਿਤਾਬ ਨੇ ਐਲਾਨ ਕੀਤਾ ਸੀ ਆਪਣੇ ਰਾਜ ਦੇ ਵਿੱਚ। ਉਹਦੇ ਪੁੱਤਰ ਨੇ ਸ਼ਰਾਬ ਪੀ ਲਈ। ਸ਼ਿਕਾਇਤ ਹੋਈ ਕਿ ਤੁਹਾਡੇ ਪੁੱਤਰ ਨੇ ਸ਼ਰਾਬ ਪੀ ਲਈ ਹੈ। ਉਹ ਕਹਿੰਦਾ ਲਿਆਓ ਕਚਹਿਰੀ ਵਿੱਚ। ਲਿਆਂਦਾ, ਸਾਹਮਣੇ ਬੈਠਾ, ਕੋਰੜੇ ਮਾਰਨ ਨੂੰ ਕਹਿੰਦਾ ਮਾਰ ਕੋਰੜਾ। ਉਹਨੇ ਪੁੱਲ 'ਚ ਰੱਖ ਕੇ ਕੋਰੜਾ ਮਾਰਿਆ। ਉਮਰ ਖਿਤਾਬ ਆਪ ਉੱਠ ਕੇ ਥੱਲੇ ਆਇਆ, ਉਹਨੂੰ ਕਹਿੰਦਾ ਕੋਰੜਾ ਮੈਨੂੰ ਫੜਾ।
ਉਹਨੇ ਕੋਰਲਾ ਫੜਿਆ, ਉਹਨੇ ਖਿੱਚ ਕੇ ਕੋਰਲੇ ਮਾਰਨ ਵਾਲੇ ਦੇ ਕੋਰਲਾ ਮਾਰਿਆ, ਉਹਦੀਆਂ ਲਾਟਾਂ ਨਿਕਲ ਡਾਡਾਂ ਨਿਕਲ ਗਈਆਂ। ਕਹਿਣ ਲੱਗਾ ਆ ਗਿਆ ਕਿ ਸਿਖਾਵਾਂ। 100 ਕੋਰਲੇ ਮਾਰੇ, ਉਹਦੇ ਬੇਟੇ ਦੀ ਮੌਤ ਹੋ ਗਈ। ਇਤਿਹਾਸ 'ਚ ਲਿਖਿਆ ਗਿਆ ਉਮਰ ਖਿਤਾਬ ਅਦਾਲਤੀ ਬੇਟਾ ਮਰਵਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਸੱਚ ਬੋਲਿਆ ਇਲਾਹੀ ਬਾਣੀ 'ਚ। ਇੰਨਾ ਸੱਚ ਕਹੀ ਨਹੀਂ ਬੋਲਣਾ, ਸੱਚ ਕਹਿ ਦੇਣਾ। ਆਪਣੇ ਘਰ 'ਚ ਆਪਣਾ ਧੀ ਪੁੱਤਰ ਗਲਤ ਹੋ ਜਾਵੇ ਤੇ ਉਹਦੇ ਝੂਠੇ ਪਰਦੇ ਪਾਉਂਦੇ ਹੁੰਦੇ ਆ। ਪਰ ਧੰਨ ਗੁਰੂ ਰਾਮਦਾਸ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ। ਉਹਨਾਂ ਕਿਹਾ ਕਿ ਮੈਂ ਸੱਚ ਕਹਾਂਗਾ, ਮੇਰੇ ਘਰੇ ਨਲਾਇਕ ਪੁੱਤਰ ਆ ਗਿਆ, ਮਾਇਆ ਦਾ ਪੁਜਾਰੀ ਆ ਗਿਆ, ਮੈਂ ਪਰਦਾ ਨਹੀਂ ਪਾਵਾਂਗਾ। ਸਾਹਿਬ ਜੀ ਕਹਿੰਦੇ ਜੇ ਗੁਰ ਕੀ ਕਾਰ ਕਮਾਏ ਫਿਰ ਤੂੰ ਸੱਚ ਤੇ ਆ ਜਾਵੇਂਗਾ, ਫਿਰ ਪੁੱਤਰ ਮੋਹ ਵੀ ਕੱਟਿਆ ਜਾਊਗਾ, ਪਰਿਵਾਰ ਦਾ ਮੋਹ ਵੀ ਕੱਟਿਆ ਜਾਊਗਾ। ਉਦੋਂ ਸੱਚੇ ਨਾਲ ਜੁਗਿਆ ਹੋਏਗਾ ਸਜਣਾ, ਤੇ ਤੇਰੀ ਭਾਵਨਾ ਬਣੀ ਹੋਏਗੀ, ਫਿਰ ਗੁਰੂ ਤੇਰੀ ਪੈਜ ਰੱਖਣ ਵਾਲਾ ਹੋਏਗਾ। ਹਰ ਰਸ ਪੀਵੇ ਸਹਿਜ ਰਹਿ ਉੱਡੇ ਨਾ ਆਵੇ ਜਾਏ। ਐ ਸਜਣਾ ਉਦੋਂ ਵਾਹਿਗੁਰੂ ਦੇ ਨਾਮ ਰਸ ਨੂੰ ਪੀਵੇਂਗਾ, ਸਹਿਜ ਅਵਸਥਾ ਹੋਏਗੀ। ਸਹਿਜ ਅਵਸਥਾ 'ਚ ਟਿਕਿਆ ਹੋਏਗਾ, ਹੁਣ ਤੇਰਾ ਜੰਮਣ ਮਰਨ ਜਿਹੜਾ ਨਾ ਉਹ ਖਤਮ ਹੋ ਜਾਏਗਾ। ਅੱਜ ਅਸੀਂ ਭਾਵੇਂ ਨਾ ਮੰਨੀਏ, ਪੁਰਾਤਨ ਸਿੱਖ ਜਿਹੜੇ ਸਿੱਖੀ ਦੀ ਕਦਰ ਜਾਨਾਂ ਕੁਰਬਾਨ ਕਰਦੇ ਸੀ ਨਾ, ਉਹ ਕਹਿੰਦੇ ਸੀ ਜਦੋਂ ਸ਼ਹੀਦ ਹੋ ਜਾਂਦੇ ਆ ਤੇ ਕਲਗੀਆਂ ਵਾਲੇ ਪਾਤਸ਼ਾਹ ਦਰਬਾਰ ਸਾਹਮਣੇ ਦਿਖਦਾ ਹੈ, ਤੇ ਕਹਿੰਦੇ ਉਸ ਦਰਬਾਰ ਦੇ ਵਿੱਚ ਇੱਕ ਪਾਸੇ 5 ਪਿਆਰੇ ਸੱਜੇ ਹੋਏ ਨੇ, 4 ਸਾਹਿਬਜ਼ਾਦੇ ਬੈਠੇ, ਗੁਰੂ ਕੇ ਸਿੱਖ ਚੌਰ ਕਰਦੇ ਆ, ਤੇ ਅਸੀਂ ਕਲਗੀਆਂ ਵਾਲੇ ਦਰਬਾਰ ਦੇ ਵਿੱਚ ਆਣਾ। ਸਹਿਜ ਅਵਸਥਾ ਵਾਲਾ ਹੱਸ ਕੇ ਮੌਤ ਨੂੰ ਪ੍ਰਵਾਨ ਕਰਦਾ ਹੈ। ਭਾਈ ਤਾਰੂ ਸਿੰਘ ਦੀ ਫੋਟੋ ਨਾਲ ਨਾ ਬਹੁਤ ਧੱਕਾ ਕੀਤਾ ਗਿਆ। ਕੇਵਲ ਖੋਪਰੀ ਇਤਿਹਾਸ ਦੇ ਤਵਾਰੀਖ ਦੇ ਪੰਨੇ ਫੜਾਂਗੇ। ਪਹਿਲਾਂ ਲਾਹੌਰ ਦੇ ਬਾਜ਼ਾਰਾਂ 'ਚ ਘਸੀਟਿਆ ਗਿਆ, ਫਿਰ ਅੰਗ ਤੋੜੇ ਗਏ ਨੇ, ਫਿਰ ਅੰਗ ਭੰਨੇ ਗਏ, ਫਿਰ ਚਰਖੇ, ਫਿਰ ਖੋਪੜੀ ਵਾਰੀ ਹੈ। ਲਾਹੌਰ ਸ਼ਹਿਰ ਤੇ ਚੌਂਕ ਨਿਖਾਸ ਅੰਦਰ ਫਿਰ ਤਾਰੂ ਸਿੰਘ ਤੇ ਜਿਹੜਾ ਵਾਰ ਹੋਇਆ, ਬਨ ਗਲੀਆਂ ਦੇ ਵਿੱਚ ਘਸੀਟ ਦਿੱਤਾ। ਨਸਰ ਵਿੱਚ ਇਹ ਸ਼ਰੇ ਬਾਜ਼ਾਰ ਹੋਇਆ, ਅੰਗ ਤੋੜੇ ਤੇ ਚਰਖੜੀ ਚਾੜ ਦਿੱਤਾ। ਜ਼ੁਲਮ ਇੱਕ ਤੋਂ ਇੱਕ ਦੁਸ਼ਵਾਰ ਹੋਇਆ, ਖੋਪਰ ਸ਼ਾਮ ਦਿੱਤਾ ਬੇਦਰ ਜ਼ਾਲਮਾਂ ਨੇ, ਸਾਕਾ ਖਾਲਸਾ ਹੀ ਜਗ ਜ਼ਾਹਰ ਹੋਇਆ। ਲੇਕਿਨ ਸਹਿਜ ਅਵਸਥੇ ਵਾਲੇ ਨੂੰ ਕੋਈ ਦੁੱਖ ਨਹੀਂ। ਸਾਹਿਬ ਜੀ ਕਹੇ ਸਜਣਾ ਗੁਰ ਕੀ ਕਾਰ ਕਮਾਏਗਾ, ਤੇ ਸਜਣਾ ਤੈਨੂੰ ਸਹਿਜ ਅਵਸਥਾ ਮਿਲ ਜਾਏਗੀ। ਫਿਰ ਹੁਣ ਤੇਰੇ ਕੋਈ ਦੁੱਖ ਦੇਣ ਦਾ ਯਤਨ ਕਰ ਸਕਦਾ, ਤੇਰੇ ਕੋਲੇ ਦੁੱਖ ਨਹੀਂ ਆਏਗਾ। ਹਰਫ ਪੀਵੇ ਸਹਿਜ ਰਹਿ ਉੱਡੇ ਨਾ ਆਵੇ ਜਾਏ, ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ। ਸਜਣਾ ਜਿਹੜਾ ਰੋਜ਼ ਪੜਦਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਜਦੋਂ ਗੁਰੂ ਕੀ ਕਾਰ ਕਮਾਏਗਾ। ਤੇ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਿਓ, ਜੋ ਜ਼ਕਰੀਆ ਖਾਨ ਮਰ ਗਿਆ ਤੇ ਕਹਿਣ ਲੱਗਾ ਸਿੱਖੋ ਲਿਆਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਲ ਇਸ਼ਨਾਨ ਕਰੋ, ਮੈਂ ਵੀ ਗੁਰੂ ਦੇ ਚਰਨਾਂ 'ਚ ਜਾਵਾਂ। ਪਰ ਸਾਹਿਬ ਜੀ ਕਹਿੰਦੇ ਜੇ ਗੁਰੂ ਕੀ ਕਾਰ ਨਾ ਕਮਾਈ ਸਜਣਾ, ਤੇ ਫਿਰ ਇਉਂ ਜਾਣੀ ਪੰਖੀ ਬਿਰਖ ਸੁਹਾਵੜੇ। ਇਹ ਸੋਹਣੇ ਜਨਮ ਦੇ ਵਿੱਚ ਜਿਹੜਾ ਤੇਰਾ ਮਨ ਹੈ ਇਹ ਇੱਕ ਥਾਂ ਨਹੀਂ ਟਿਕਿਆ। ਇਹ ਕਦੀ ਉੱਥੇ ਜਾਂਦਾ, ਕਦੀ ਉੱਥੇ ਜਾਂਦਾ, ਕਦੀ ਪਖੰਡੀਆਂ ਕੋਲੇ, ਕਦੀ ਕਬਰਾਂ ਤੇ ਉੱਡ ਉੱਡ ਚੌਂਕ ਜਾਏ। ਜਿੰਨਾ ਐ ਭਟਕੇਗਾ ਜੇਤਾ ਉੱਡੇ ਦੁੱਖ ਘਣੇ, ਨਿਤ ਦਾਜੇ ਤੈ ਬਲਾਹੇ। ਕਹੇ ਸਜਣਾ ਨਿਤ ਸੜੇਗਾ, ਇੱਕ ਦਿਨ ਨਹੀਂ ਰੋਜ਼ ਤ੍ਰਿਸ਼ਨਾ ਦੀ ਅੱਗ ਵਿੱਚ ਰੋਜ਼ ਸੜੇਗਾ। ਸੜਦੇ ਹੋਏ ਦੁੱਖ ਪਾ ਕੇ ਵਰਲਾਪ ਕਰੇਗਾ। ਤੂੰ ਆਖੇ ਤੈਨੂੰ ਗੁਰੂ ਦਾ ਘਰ ਮਿਲ ਜਾਵੇ, ਤੈਨੂੰ ਨਿਜ ਘਰ ਨਹੀਂ ਸਜਣਾ। ਬਿਨ ਗੁਰ ਮਹਿਲ ਨਾ ਜਾਪੀ, ਨਾ ਅੰਮ੍ਰਿਤ ਫਲ ਪਾਹੇ। ਗੁਰੂ ਤੋਂ ਬਿਨਾ ਤੈਨੂੰ ਉਹ ਵਾਹਿਗੁਰੂ ਅਕਾਲ ਪੁਰਖ ਦਾ ਘਰ ਨਹੀਂ ਪ੍ਰਾਪਤ ਹੋਣਾ, ਤੈਨੂੰ ਅੰਮ੍ਰਿਤ ਫਲ ਨਹੀਂ ਮਿਲਣਾ। ਇਸ ਵਾਸਤੇ ਮੰਨ ਲੈ ਗੁਰ ਕੀ ਕਾਰ ਕਮਾਏ। ਤੂੰ ਗੁਰੂ ਕੀ ਕਾਰ ਕਮਾ। ਗੁਰੂ ਕੀ ਕਾਰ ਕਮਾਵੇਂਗਾ, ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ। ਗੁਰੂ ਕੀ ਕਾਰ ਕਮਾਉਂਦਿਆਂ ਸਜਣਾ ਗੁਰ ਪ੍ਰਸਾਦ ਪਰਮ ਪਦ ਪਾਇਆ। ਸੁੱਕੇ ਕਾਸ਼ਟ ਹਰਿਆ, ਤੇਰਾ ਸੁੱਕਾ ਮਨ ਹਰਿਆ ਹੋ ਜਾਵੇਗਾ, ਖਿੜ ਜਾਵੇਗਾ। ਕੋਈ ਐਸਾ ਨਹੀਂ ਹੋਵੇਗਾ ਕਿ ਤੈਨੂੰ ਚਿੰਤਾ ਆ ਜਾਵੇ। ਸਾਖਾਂ ਤੀਨ ਨਵਾਰੀਆਂ ਇੱਕ ਸ਼ਬਦ ਲਿਵਲਾਏ। ਇਸ ਦੁਨੀਆ 'ਚ ਗੱਲ ਹੀ ਤਿੰਨਾਂ ਦੀ ਸੀ। ਤੁਸੀਂ ਵੇਖੋਗੇ ਟੈਨਸ ਵੀ ਤਿੰਨ ਨੇ, ਭੂਤਕਾਲ, ਵਰਤਮਾਨ, ਭਵਿੱਖਕਾਲ। ਸਨਾਤਨ ਮਤ ਦੀ ਫਿਲਾਸਫੀ ਪੜ੍ਹੋਗੇ ਤਿੰਨਾਂ ਦੀ ਆ, ਵਿਸ਼ਨੂੰ, ਬ੍ਰਹਮਾ, ਸ਼ਿਵ ਜੀ। ਇਸਲਾਮ ਜਾਓ ਜਿਬਰਾਈਲ, ਇਜ਼ਰਾਈਲ ਤੇ ਮਕਾਇਲ। ਈਸਾਈਆਂ 'ਚ ਆਓ ਜਨਰੇਟਰ, ਓਪਰੇਟਰ ਤੇ ਡਿਸਟਰਾਇਰ। ਚੌਥੀ ਗੱਲ ਕੇਵਲ ਗੁਰੂ ਨਾਨਕ ਦੇ ਘਰ ਨੇ। ਜਦੋਂ ਕਿਸੇ ਨੂੰ ਸੋਝੀ ਆ ਜਾਵੇ, ਬਗਦਾਦ ਦੇ ਪੀਰ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੋਈ ਹੱਥ ਜੋੜੇ ਸੀ,
ਉਹਦੀ ਉਹ ਸਾਰੀ ਫਾਰਸੀ ਲਿਖਤ ਛੰਦਾਬੰਦੀ ਏ। ਜਦੋਂ ਅਖੀਰ ਤੇ ਆਖੇ ਨਾ ਗਸ਼ਤ ਬਿਆ ਕਲਮਾ ਇਨਾਮਤ ਤਮ ਰਹਿਨੁਮਾ 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 ਰਹਿਨੁਮਾ, ਉਹਨੇ 4 ਵਾਰੀ ਰਹਿਨੁਮਾ 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 ਰਹਿਨੁਮਾ। 3 ਵਾਰੀ ਤੇ ਦੁਨੀਆ 'ਚ ਸੀ, ਲੇਕਿਨ ਚੌਥੀ ਵਾਰੀ ਦੁਨੀਆ ਤੋਂ ਅੱਗੇ ਦੀ ਗੱਲ ਹੈ ਕਿ ਦੁਨੀਆ ਨਹੀਂ ਹੋਏਗੀ। ਦਾਤਿਆ ਤੂੰ ਉਦੋਂ ਵੀ ਹੈ ਤੇ ਤੇਰਾ ਸਿੱਖ ਤੇਰਾ ਪਿਆਰਾ ਵੀ ਉਦੋਂ ਵੀ ਤੂੰ ਰਹਿਨੁਮਾਈ ਤੂੰ ਕਰਨ ਵਾਲਾ ਹੈ। ਔਰ ਇਸੇ ਤੇ ਜਪਜੀ ਸਾਹਿਬ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜੁਗਾਦ ਸੱਚ ਸਮਾਂ ਸ਼ੁਰੂ ਹੋਣ ਤੋਂ, ਲੇਕਿਨ ਆਦ ਸਮੇਂ ਤੋਂ ਪਹਿਲਾਂ ਹੈ। ਆਦ ਪੌਣ ਪਾਣੀ ਧਰਤੀ ਤੋਂ ਪਹਿਲਾਂ ਹੈ। ਤੇ ਸੱਜਣਾ ਤੈਨੂੰ ਆਹ ਤਿੰਨਾਂ ਵਾਲੀ ਗੱਲ ਭੁੱਲ ਜਾਏਗੀ। ਇਸ ਦੁਨੀਆ 'ਚ ਰਜੋਗੁਣ ਤਮੋਗੁਣ ਸਤੋਗੁਣ ਸਭ ਨੂੰ ਛੱਡ ਜਾਏਗਾ। ਤਿੰਨਾਂ ਦੀਆਂ ਵਿਚਾਰਾਂ ਨੂੰ ਛੱਡ ਕੇ ਏਕ ਸ਼ਬਦ ਲਿਵ ਲਾਏ, ਤੈਨੂੰ ਇਹ ਗਿਆਨ ਗੁਰੂ ਦੇ ਦੇਗਾ। ਤੂੰ ਇੱਕ ਦੇ ਸ਼ਬਦ ਨਾਲ ਲਿਵ ਲਾਏਗਾ। ਸੱਜਣਾ ਇਹ ਲਿਵ ਤੈਨੂੰ ਆ ਜਿਹੜਾ ਤੈਨੂੰ ਉਹ ਐਸੀ ਬਖਸ਼ਿਸ਼ ਕਰੇਗਾ ਕਿ ਹੁਣ ਤੈਨੂੰ ਉਸ ਮਾਲਕ ਨਾਲ ਮਿਲਾਪ ਕਰ ਦੇਗਾ। ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ। ਸਜਣਾ ਅੰਮ੍ਰਿਤ ਦਾ ਫਲ ਉਸ ਇੱਕ ਕੋਲੇ ਆ। ਅੰਮ੍ਰਿਤ ਤੋਂ ਬਿਨਾਂ ਕਿਸੇ ਕੋਲੇ ਅੰਮ੍ਰਿਤ ਨਹੀਂ। ਦੁਨੀਆ ਦੇ ਵਿੱਚ ਅੰਮ੍ਰਿਤ ਲੱਭਦੇ ਆ। ਕੁੰਭ ਦਾ ਮੇਲਾ 12 ਸਾਲਾਂ ਬਾਅਦ ਲੱਗਦਾ, 4 ਥਾਵਾਂ ਤੇ ਲੱਗਦਾ। ਗੱਲ ਨੇੜੇ ਰੱਖਾਂ, ਪਤਾ ਨਹੀਂ ਕਿੰਨਾ ਚਿਰ ਹੋ ਗਿਆ ਲਾਉਂਦਿਆਂ ਨੂੰ, ਅੰਮ੍ਰਿਤ ਲੱਭਦਿਆਂ ਨੂੰ ਵੀ। ਇੱਥੇ ਦੇਵਤਿਆਂ ਦਾ ਝਗੜਾ ਹੋਇਆ, 4 ਵਾਰੀ ਘੜਾ ਮੁੱਧਾ ਹੋਇਆ। ਸਤਿਗੁਰ ਨੇ ਲਾਹੀ ਬਾਣੀ 'ਚ ਆਖਿਆ ਕਿਸੇ ਨੂੰ ਲੱਭਿਆ ਉਹ ਮੈਂ ਦੱਸਾਂ, ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸਜਣੋ ਇੱਥੋਂ ਅੰਮ੍ਰਿਤ ਕਿਸੇ ਨੂੰ ਨਹੀਂ ਲੱਭਣਾ। ਸਾਹਿਬ ਜੀ ਕਹਿੰਦੇ ਅੰਮ੍ਰਿਤ ਇੱਕ ਕੋਲੇ ਆ। ਅੰਮ੍ਰਿਤ ਦਾ ਝੰਡਾਊ ਹੈ ਤੇ ਫਿਰ ਉਹਦੀ ਗੁਰੂ ਦੀ ਕਾਰ ਵਿੱਚ ਆ। ਜੇ ਨਾ ਆਇਆ ਮਨਮੁਖ ਉਬੇ ਸੁੱਕ ਗਏ ਨਾ ਫਲ ਤਿਨਾ ਛਾਓ। ਸਜਣਾ ਸੁੱਕਾ ਦਰਖਤ ਹੋ ਜਾਵੇਗਾ। ਇੱਕੋ ਪੰਕਤੀ ਪੜ੍ਹਦਾ ਸਰਮਦ ਦੀ। ਕਿਸੇ ਨੇ ਆਖਿਆ ਜੀ ਔਰੰਗਜ਼ੇਬ ਨੂੰ ਕਹਿ ਦਈਏ, ਉਹ ਕਹਿੰਦਾ ਸਰਮਦ ਕਾਸ ਨੂੰ ਟੱਕਰਾ ਮਾਰਦਾ ਏ, ਖਲਕ ਵਿੱਚ ਮੁਹੱਬਤ ਦਾ ਨਾਂ ਕਿੱਥੇ। ਟੁੰਡੇ ਰੁੱਖ ਤੇ ਸੁੱਕੀਆਂ ਟਾਹਣੀਆਂ ਤੋਂ ਹਰੇ ਪੱਤਿਆਂ ਦੀ ਮਿਲਣੀ ਛਾਂ ਕਿੱਥੇ। ਔਰੰਗਜ਼ੇਬ ਨੂੰ ਟੁੰਡਾ ਦਰਖਤ ਲਿਖਿਆ। ਜੇ ਸੱਜਣਾ ਇਹੋ ਜਿਹੇ ਟੁੰਡਿਆਂ ਦੀ ਸ਼ਰਨ ਵਿੱਚ ਨਹੀਂ ਮੁੜ ਕੇ ਆਸ ਨਹੀਂ ਰੱਖੇਗਾ, ਆਖਿਆ ਮੈਨੂੰ ਆਸ ਉਹਦੀ ਏ, ਫਿਰ ਇਹੋ ਜਿਹਾ ਟੁੰਡਾ ਬਣ ਜਾਏਗੇ। ਤਿੰਨਾਂ ਪਾਸ ਨਾ ਬੇਸੀਏ ਉਹਨਾਂ ਘਰ ਨਾ ਗਰਾਓ, ਕੱਟੀਐ ਤੈਰਤ ਜਾਲੀਏ ਉਹਨਾਂ ਸ਼ਬਦ ਨਾ ਨਾਓ। ਜੇ ਇਹੋ ਜਿਹੇ ਰੱਬ ਦੇ ਟੁੱਟਿਆ ਹੋਇਆਂ ਦੀ ਸੰਗਤ ਨਾ ਕਰੀ, ਟੁੱਟਿਆ ਹੋਇਆਂ ਦੀ ਸੰਗਤ ਜਾਏਗਾ ਤੈਨੂੰ ਵੀ ਦਾਗ ਲੱਗ ਜਾਏਗਾ। ਕਬੀਰ ਸਾਹਿਬ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਕਹੇ ਸੱਜਣਾ ਵੇਖੀ ਕਾਲੇ ਰੰਗ ਦੇ ਬਰਤਨ ਨੂੰ ਹੱਥ ਲਾਏਗਾ ਤੈਨੂੰ ਵੀ ਕੋਈ ਦਾਗ ਲੱਗੇਗਾ। ਬਚੀ ਇਹੋ ਜਿਹੀਆਂ ਸੰਗਤਾਂ ਦੇ ਵਿੱਚੋਂ ਸੰਗਤ ਕਰੀ ਤੇ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੀ। ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਰਾਓ। ਉਹ ਜਿਹੜਾ ਉਹਦਾ ਹੁਕਮ ਹੈ ਨਾ ਉਹ ਕਰਮ ਕਮਾ। ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਜਿਹਨੇ ਉਹਦਾ ਹੁਕਮ ਆਪਣੇ ਮਨ ਤੇ ਵਸਾਇਆ ਹੈ ਉਹ ਉਸ ਮਾਲਕ ਵਰਗੇ ਆ। ਆਪਣੇ ਭਾਣੇ ਕੋ ਕਿਹਨੇ ਸੁੱਖ ਪਾਇਆ। ਜਿਹਨੇ ਆਪਣਾ ਹੁਕਮ ਵਜਾਇਆ ਹੈ ਉਹ ਸੁੱਖ ਨਹੀਂ ਆਹਦਾ ਤੇ ਅੰਨਾ ਅੰਨ ਕਮਾ ਰਿਹਾ ਵੇ। ਸਾਹਿਬ ਜੀ ਕਹਿੰਦੇ ਉਹਦੇ ਕਰਮ ਵਿੱਚ ਪੈ। ਸਜਣਾ ਜਦੋਂ ਉਹਦਾ ਕਰਮ ਕਮਾਏਗਾ, ਹੁਕਮੈ ਦਰਸ਼ਨ ਦੇਖਣਾ ਜਹ ਭੇਜੇ ਤਹ ਜਾਓ। ਉਹਦੇ ਹੁਕਮ 'ਚ ਆਏਗਾ ਤੇ ਤੈਨੂੰ ਉਹਦੇ ਦੀਦਾਰੇ ਬਖਸ਼ੇ ਜਾਣਗੇ, ਉਹਦੇ ਵੱਲੋਂ ਤੇਰਾ ਮਲਾਪ ਹੋ ਜਾਵੇਗਾ। ਬਲਕਿ ਇਲਾਹੀ ਬਾਣੀ ਦੇ ਭਗਤਾਂ ਨੇ ਪਰਮੇਸ਼ਰ ਨਾਲ ਗੱਲਾਂ ਕੀਤੀਆਂ ਹੋਈਆਂ ਨੇ। ਹੁਕਮੇ ਹਰ ਹਰ ਮਨ ਵਸੇ ਹੁਕਮੇ ਸੱਚ ਸਮਾਓ। ਉਹਦੇ ਹੁਕਮ 'ਚ ਰਹੇਗਾ ਤੂੰ ਵਾਹਿਗੁਰੂ ਵਾਹਿਗੁਰੂ ਕਰੇਗਾ, ਵਾਹਿਗੁਰੂ ਤੇਰੇ ਮਨ 'ਚ ਵਸ ਜਾਏਗਾ। ਇੱਕ ਦਿਨ ਕਰਨ ਦੀ ਲੋੜ ਨਹੀਂ ਪਈ। ਭਾਈ ਨੰਦ ਲਾਲ ਨੇ ਤੇ ਬਹੁਤ ਸੋਹਣਾ ਲਿਖਿਆ ਹੋਇਆ, ਕਿਸੇ ਦਿਨ ਫਿਰ ਸਾਂਝੇ ਕਰਾਂਗੇ। ਉਹ ਕਹਿੰਦੇ ਤੇਰੀ ਡਿਊਟੀ ਨਹੀਂ ਵਾਹਿਗੁਰੂ ਵਾਹਿਗੁਰੂ ਕਰਨ ਦੀ, ਤੂੰ ਇੱਕ ਵਾਰੀ ਕਰਨਾ ਹੈ। ਇਹ ਉਹਦੀ ਡਿਊਟੀ ਹੈ, ਤੇਰੇ ਰੋਮ ਰੋਮ 'ਚ ਵਾਹਿਗੁਰੂ ਵਾਹਿਗੁਰੂ ਕੱਢਣਾ ਹੈ। ਤੇ ਸੱਜਣਾ ਉਹ ਤੇਰੇ ਮਨ 'ਚ ਵਸੇਗਾ। ਹੁਕਮ ਨਾ ਜਾਣੇ ਬੁੱਪੜੇ ਭੂਲੇ ਫਿਰੇ ਗਵਾਰ। ਮੂਰਖ ਲੋਕ ਨੇ ਜਿਹੜੇ ਉਹਦੇ ਹੁਕਮ ਨੂੰ ਨਹੀਂ ਜਾਣਦੇ, ਕਹਿਣਗੇ ਸਿਆਣੇ। ਸੱਜਣਾ ਸਿਆਣੇ ਨਹੀਂ, ਉਹ ਗਵਾਰ ਨੇ। ਮਨ ਹੱਥ ਕਰਮ ਕਮਾਉਂਦੇ ਨਿਤ ਨਿਤ ਹੋਏ ਖਵਾਰ। ਪੁੱਠੇ ਲਟਕਣ ਵਾਲੇ ਇਹੋ ਜਿਹੇ ਕਰਮ ਕਰਨ ਵਾਲੇ ਇਹ ਮਨ ਹੱਥ ਕਰਮ ਨੇ। ਕਹਿੰਦੇ ਸੱਜਣਾ ਉਹਨਾਂ ਨਿਤ ਦੀ ਖੁਆਰੀ ਏ। ਅੰਤਰ ਸ਼ਾਂਤ ਨ ਆਵੀ ਨਾ ਸੱਚ ਲੱਗੇ ਪਿਆਰ। ਉਹ ਬਾਹਰੋਂ ਬਹਿਣ ਕਿ ਨਿਮਰਤਾ ਹੈਗੀ ਏ, ਪਰ ਨਿਮਰਤਾ ਨਹੀਂ ਹੈਗੀ, ਸ਼ਾਂਤੀ ਨਹੀਂ ਹੈਗੀ।
ਉਹਨਾਂ ਦਾ ਪਿਆਰ ਨਹੀਂ ਹੈਗਾ ਵਾਹਿਗੁਰੂ ਅਕਾਲ ਪੁਰਖ ਨਾਲ। ਬਨੌਟੀ ਜੀ ਨਿਮਰਤਾ ਬਾਹਰੋਂ ਲਈ ਬੈਠੇ ਹੁੰਦੇ ਆ ਵੋਟਾਂ ਲੈਣ ਵਾਲੇ ਆ ਨਾ, ਪੰਜਾਬ 'ਚ ਅਸੀਂ ਵੇਖਦੇ ਹੁੰਦੇ ਆ ਜਦੋਂ ਵੋਟਾਂ ਦਾ ਸਮਾਂ ਆਉਂਦਾ ਸਾਰੇ ਇਹਨੂੰ ਬ੍ਰਹਮ-ਗਿਆਨੀ ਦੱਸਦੇ ਹੁੰਦੇ, ਸਾਰੇ ਹੀ ਰੱਬ ਦੇ ਰੂਪ ਨੇ ਜੀ। ਤੇ ਵੋਟਾਂ ਲੈਣ ਦੀ ਦੇਰੀ ਏ ਤੇ ਮੁੜ ਕੇ ਪਤਾ ਨਹੀਂ ਕਿੰਨੇ ਕੁ ਨਜਾਇਜ਼ ਪਰਚੇ ਕਰਾਉਂਦੇ ਹੁੰਦੇ ਆ। ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਹੈਗੀ, ਟਿਕਾ ਉਹਨਾਂ ਕੋਲੇ ਅੱਖ ਹੈਗਾ ਤੇ ਉਹਨਾਂ ਕੋਲੇ ਟਿਕਾ ਨਹੀਂ ਹੈਗਾ। ਸਜਣਾ ਅੰਤਰ ਸ਼ਾਂਤ ਨਾ ਆਵੀ ਨਾ ਸੱਚ ਲੱਗੇ ਪਿਆਰ, ਗੁਰਮੁਖੀ ਆ ਮੋਹ ਸੋਹਣੇ। ਜਿਹੜਾ ਗੁਰਮੁਖ ਹੈ ਉਹਦਾ ਮੂੰਹ ਬਹੁਤ ਸੋਹਣਾ ਹੈ, ਕਿਉਂ? ਗੁਰ ਕੇ ਹੇਠ ਪਿਆਰ, ਉਹਦਾ ਗੁਰੂ ਦੇ ਨਾਲ ਪਿਆਰ ਹੈ। ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਉਸ ਮਾਲਕ ਦੀ ਇੱਕ ਦੇ ਹੋ ਗਏ ਨੇ, ਉਹਦੇ ਸੱਚ ਦੀ ਭਗਤੀ ਸੱਚੇ ਸਚਿਆਰ ਹੋ ਗਏ ਨੇ। ਗੁਰੂ ਘਰ ਵਿੱਚ ਗੁਰੂ ਕਾ ਸਿੱਖ ਵੀ ਸ਼ਾਮੋਂ ਸਚਿਆਰ ਹੋਇਆ ਵੇ। ਸਾਹਿਬ ਜੀ ਨੇ ਬਹੁਤ ਸਚਿਆਰ ਦੇ ਉੱਤੇ ਹੋਰ ਵੀ ਭਾਈ ਗੁਰਦਾਸ ਜੀ ਨੇ ਵੀ ਲਿਖੇ ਹੋਏ ਆ ਵਿਚਾਰ। ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਆਧਾਰ। ਇੱਕ ਗੁਰੂ ਕਾ ਸਿੱਖ ਹੀ ਏ, ਕੋਈ ਜਾਤ ਪਾਤ ਕੋਈ ਮਜ਼ਹਬ ਨਹੀਂ, ਇੱਥੇ ਤੱਕ ਕਿ ਨਾਸਤਕ ਵੀ ਹੋਵੇ ਤੇ ਉਹਨੂੰ ਕਹਿੰਦਾ ਆ ਸੱਜਣਾ ਕੋਲੇ ਬਹਿ, ਮੈਂ ਤੇਰਾ ਵੀ ਭਲਾ ਹੀ ਲੋਚਦਾ, ਆ ਮੈਂ ਤੇਰੀ ਵੀ ਸੇਵਾ ਕਰ ਲਵਾਂ। ਸਾਹਿਬ ਜੀ ਕਹਿੰਦੇ ਫਿਰ ਉਹ ਪ੍ਰਵਾਨ ਨੇ। ਸਭ ਨਜ਼ਰੀ ਕਰਮ ਕਮਾਮ ਦੇ, ਨਜ਼ਰੀ ਬਾਹਰ ਨਾ ਕੋਏ, ਜੈਸੀ ਨਜ਼ਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ। ਹੁਣ ਇੱਥੇ ਆ ਕੇ ਨਾ ਥੋੜੀ ਜਿਹੀ ਵਿਚਾਰ ਵੀ ਉਹ ਤੇਰੀ ਭਾਵਨਾ ਕਿਹੋ ਜੀ। ਸਤਿਗੁਰ ਪੁਰਖ ਦਿਆਲ ਹੈ, ਜਿਸ ਨੂੰ ਸਮਤ ਸਭ ਕੋਏ। ਮਨ ਇੱਕ ਨਜ਼ਰ ਘਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਉਹ ਨਜ਼ਰ ਇੱਕੋ ਨਾ ਵੇਖਦਾ ਹੈ, ਪਰ ਤੇਰੀ ਭਾਵਨਾ ਕਿਹੋ ਜੀ ਹੈ। ਭਾਈ ਨੰਦ ਜੀ ਕਹਿੰਦੇ ਬਾ ਦਸਤ ਫਰੋਜ਼ਾਂ ਚੂੰ ਗੋਹਰ ਦੋ ਮਿਹਰ, ਜਕੇ ਜਾਏ ਫਜ਼ਲੋ ਦਿਗਰ ਜਾਏ ਕਹਿਰ। ਨਜ਼ਰ ਉਹੀ ਏ, ਇੱਕ ਵੱਲ ਜਾਏਗਾ ਮੇਲ ਦੀ ਬਣ ਜਾਏਗੀ, ਇੱਕ ਨੂੰ ਛੱਡ ਕੇ ਦੂਜੇ ਵੱਲ ਜਾਏਗਾ ਤੇਰੇ ਤੇ ਕਹਿਰ ਹੋ ਜਾਣਾ। ਇਹ ਤੇਰੀ ਮਰਜ਼ੀ ਏ, ਨਜ਼ਰ ਤੇ ਫਰਕ ਨਹੀਂ, ਨਜ਼ਰ ਉਹੀ ਉਹਦੇ ਉੱਤੇ, ਲੇਕਿਨ ਤੇਰੀ ਭਾਵਨਾ ਜਿਹੜੀ ਉਹ ਕਿਹੋ ਜੀ ਬਣੀ ਹੋਈ ਏ। ਤੇ ਸਾਹਿਬ ਜੀ ਕਹਿੰਦੇ ਸੱਜਣਾ ਨਾਨਕ ਜੈਸੀ ਨਜ਼ਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ। ਕਹਿੰਦੇ ਕਿ ਇਹ ਵਡਿਆਈਆਂ ਗੁਰੂ ਕੀ ਕਾਰ ਕਮਾਉਣ ਦੀਆਂ, ਜਿਵੇਂ ਨਿਹੰਗ ਸਾਧੂ ਸਿੰਘ ਨੇ ਕਮਾਈ ਕਾਰ, ਮਕਾਰਥਾ ਲੱਗ ਗਿਆ, ਇਤਿਹਾਸ 'ਚ ਨਾਂ ਲਿਖਿਆ ਗਿਆ। ਸੱਜਣਾ ਉਹ ਗੁਰੂ ਕਿਰਪਾ ਕਰਕੇ ਉਹ ਗੁਰੂ ਕੋਲੇ ਆਇਆ ਵੇ ਤੇ ਅੱਜ ਉਹਦਾ ਸਰੀਰ ਇਸ ਦੁਨੀਆ 'ਤੇ ਨਹੀਂ ਹੋਏਗਾ, ਸਾਡਾ ਨਹੀਂ ਹੋਏਗਾ, ਲੇਕਿਨ ਉਹਦੀ ਵਡਿਆਈ ਜਿਹੜੀ ਹੈ ਉਹ ਕਿਸੇ ਪਾਸੇ ਜਾਏਗੀ ਨਹੀਂ। ਇਸ ਵਾਸਤੇ ਸੱਜਣਾ ਮੰਨ ਰਹੇ ਗੁਰ ਕੀ ਕਾਰ ਕਮਾਏ, ਗੁਰੂ ਦੀ ਕਾਰ ਕਮਾ, ਗੁਰੂ ਦੀ ਕਾਰ ਦੇ ਵਿੱਚ ਆ, ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਾਰ ਪ੍ਰਭ ਆਪੇ ਮੇਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਾਣੀ ਬਾਣੀ ਦੇ ਫਰਮਾਨ ਦੇ ਸੰਖੇਪ ਤੇ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ। ਅਰਦਾਸ ਕਰਿਓ ਸਤਿਗੁਰੂ ਸੁਣਾਉਣ ਵਾਲੇ ਕੂਕਰ ਨੂੰ ਕਥਨੀ ਤੇ ਕਰਨੀ ਦਾ ਜੀਵਨ ਬਖਸ਼ਣ ਦਿਓ ਅਸੀਸ। ਹੋਈਆਂ ਭੁੱਲਾਂ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਭ ਨਜ਼ਰੀ ਕਰਮ ਕਮਾਵੰਦੇ, ਨਜ਼ਰੀ ਬਾਹਰ ਨਾ ਕੋਏ। ਜੈਸੀ ਨਜ਼ਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ। ਸਭ ਨਜ਼ਰੀ ਕਰਮ ਕਮਾਵੰਦੇ, ਨਜ਼ਰੀ ਬਾਹਰ ਨਾ ਕੋਏ। ਜੈਸੀ ਨਜ਼ਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।